ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 13ਵੀਂ ਤੇ ਪਦ ਪਹਿਲਾ ਵਿਚਾਰਨ ਜਾ ਰਹੇ ਹਾਂ। ਆਪਾਂ ਇਹ ਅਕਸਰ ਬੇਨਤੀ ਕਰਦੇ ਹਾਂ, ਜਿੰਨੀ ਸੱਚੇ ਪਾਤਸ਼ਾਹ ਮਿਹਰ ਕਰਦੇ ਹੈ ਓਨਾ ਪ੍ਰਾਣੀ ਵਿਚਾਰ ਕਰ ਸਕਦਾ ਹੈ, ਓਨਾ ਹੀ ਸੁਣ ਸਕਦਾ ਹੈ, ਓਨਾ ਹੀ ਬੋਲ ਸਕਦਾ ਹੈ। ਉਹਦੀ ਮਿਹਰ ਨਾਲ ਹੀ ਸੱਚੇ ਪਾਤਸ਼ਾਹ ਦੀ ਤੁਰਕੀ ਬਾਣੀ ਨੂੰ ਥੋੜ੍ਹਾ ਬਹੁਤ ਸਮਝ ਸਕਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ ਹੈ, ਜਿਹਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਗਈ ਹੈ। ਇੱਕ ਅਸ਼ਟਪਦੀ ਦੇ ਵਿੱਚ 1,000 ਅੱਖਰ, 24 ਅਸ਼ਟਪਦੀਆਂ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਗਈ ਹੈ। ਦੂਸਰੇ ਪਾਸੇ ਸਮੇਂ ਨੂੰ ਮਿਣਨ ਦੇ ਲਈ ਇੱਕ ਛਿੰਨ ਤੋਂ ਸ਼ੁਰੂ ਹੋ ਕੇ 24 ਘੰਟੇ ਇਹਦੀ ਜਿਹੜੀ ਮੁੱਢਲੀ ਕਿਰਿਆ ਹੈ, ਉਹਦੇ ਵਿੱਚ ਪ੍ਰਾਣੀ ਨੂੰ 24 ਘੰਟਿਆਂ ਦੇ ਵਿੱਚ 24,000 ਸਵਾਸ ਆਉਂਦੇ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਆਰੇ ਸਿੱਖਾਂ ਨੂੰ ਸਵਾਸ ਸਵਾਸ ਪ੍ਰਭੂ ਦਾ ਸਿਮਰਨ ਕਰਨ ਦੇ ਲਈ ਬਹੁਤ ਪਿਆਰੀ ਵਿਧੀ ਸਮਝਾਈ ਹੈ ਕਿ ਪ੍ਰਾਣੀ ਜਦੋਂ ਤੇਰੇ ਅੰਦਰ ਸਵਾਸ ਪ੍ਰਵੇਸ਼ ਕਰਦਾ ਹੈ ਤਾਂ ਆਪਣੇ ਆਪ ਹੀ ਸੁਭਾਵਿਕ ਹੀ ਤੈਨੂੰ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ। ਜਦੋਂ ਉਹ ਸਵਾਸ ਬਾਹਰ ਨਿਕਲਦਾ ਹੈ ਫਿਰ ਵਾਹਿਗੁਰੂ, ਇਸ ਤਰ੍ਹਾਂ ਤੇਰੀ ਜਿਹੜੀ ਰੋਜ਼ਾਨਾ ਰੂਟੀਨ ਹੈ ਉਹ ਬਦਲ ਜਾਵੇਗੀ, ਤੂੰ ਪ੍ਰਭੂ ਦਾ ਬਣ ਜਾਵੇਗਾ, ਤੇਰਾ ਸਵਾਸ ਸਵਾਸ ਸਫਲਾ ਹੋ ਜਾਵੇਗਾ। ਸੱਚੇ ਪਾਤਸ਼ਾਹ ਨੇ 24 ਅਸ਼ਟਪਦੀਆਂ, ਇੱਕ ਅਸ਼ਟਪਦੀ ਦੇ 8 ਪਦ 3 ਘੰਟਿਆਂ ਨੂੰ ਮਿਲਾ ਕੇ ਇੱਕ ਪਹਿਰ ਬਣਦਾ ਹੈ ਅਤੇ 8 ਪਹਿਰਾਂ ਦਾ ਦਿਨ ਰਾਤ ਯਾਨੀ 24 ਘੰਟੇ ਬਣਦੇ ਹਨ। ਸੱਚੇ ਪਾਤਸ਼ਾਹ ਨੇ ਹਰ ਅਸ਼ਟਪਦੀ ਦੇ ਆਰੰਭ ਦੇ ਵਿੱਚ ਸ਼ਲੋਕ ਦੀ ਬਖਸ਼ਿਸ਼ ਕੀਤੀ ਹੈ। 13ਵੀਂ ਅਸ਼ਟਪਦੀ ਦੇ ਵਿੱਚ ਸੱਚੇ ਪਾਤਸ਼ਾਹ ਸ਼ਲੋਕ ਦੀ ਮਿਹਰ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ। ਸ਼ਲੋਕ: ਸੰਤ ਸਰਦ ਜੋ ਜਨ ਪਰੇ, ਸੋ ਜਨ ਉਦਰ ਨਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜੇ ਕੋਈ ਪੁਰਸ਼ ਸਾਧੂਆਂ ਦੀ ਸੰਗਤ ਕਰਦਾ ਹੈ, ਉਹਨਾਂ ਦੇ ਪੈਰਾਂ ਦੇ ਵਿੱਚ ਢਹਿ ਪੈਂਦਾ ਹੈ, ਉਹਨਾਂ ਦੇ ਕੋਲ ਆਪਣੀ ਬੇਨਤੀ ਜੋਦੜੀ ਕਰਦਾ ਹੈ, ਤਾਂ ਉਹ ਪੁਰਸ਼ ਪਾਰ ਉਤਰ ਜਾਂਦਾ ਹੈ। ਭਾਵ ਮਾਇਆ ਦਾ ਜਿਹੜਾ ਇਹ ਸਾਗਰ ਹੈ, ਲਪਟਾਂ ਮਾਰਦਾ ਹੋਇਆ, ਉਹਦੇ ਵਿੱਚ ਅੰਮ੍ਰਿਤ ਰੂਪੀ ਬੇੜੀ ਦੇ ਵਿੱਚ ਸਵਾਰ ਹੋ ਕੇ ਪਾਰ ਲੱਗ ਜਾਂਦਾ ਹੈ। ਸੰਤ ਜਿਹੜੇ ਲੋਕ ਸੰਤਾਂ ਦੇ ਸੇਵਕਾਂ ਦੀ, ਦਾਸਾਂ ਦੀ, ਜਨਾਂ ਦੀ, ਜਿਹੜੇ ਪ੍ਰਭੂ ਦੇ ਨਾਮ ਦੇ ਵਿੱਚ ਮਸਤਾਨੇ ਦੀਵਾਨੇ ਹੋਏ ਹਨ, ਉਹਨਾਂ ਦੀ ਨਿੰਦਿਆ ਕਰਦੇ ਹਨ, ਉਹਨਾਂ ਨੂੰ ਮੁੜ ਮੁੜ ਕੇ ਇਸ ਧਰਤੀ ਉੱਤੇ ਜਨਮ ਲੈਣਾ ਪੈਂਦਾ ਹੈ। ਦੁਨੀਆ ਦੁੱਖਾਂ ਦਾ ਘਰ ਹੈ, ਨਾਨਕ ਦੁਖੀਆ ਸਭ ਸੰਸਾਰ। ਇੱਥੇ ਸੁੱਖ ਵੀ ਦੁਖੀ ਹੈ, ਦੁੱਖ ਵੀ ਦੁਖੀ ਹੈ। ਦੋਨੇ ਹੀ ਮਾਇਆ ਦੀ ਲਪੇਟ ਦੇ ਵਿੱਚ ਆਏ ਪ੍ਰਾਣੀ ਨੂੰ ਪਰੇਸ਼ਾਨੀਆਂ ਹੀ ਦਿੰਦੇ ਹਨ। ਅਸ਼ਟਪਦੀ, ਇਸ ਅਸ਼ਟਪਦੀ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਪ੍ਰਾਣੀਆਂ ਦੀ ਗੱਲ ਕਰਦੇ ਹਨ ਜਿਹੜੇ ਬਿਲਕੁਲ ਮਾਇਆ ਦੇ ਨਸ਼ੇ ਦੇ ਵਿੱਚ ਲੋਟ ਪੋਟ ਹੋਏ ਪਏ ਹਨ। ਜਿਵੇਂ ਇੱਕ ਸ਼ਰਾਬੀ ਸ਼ਰਾਬ ਨਾਲ ਗੱਦੇ ਦੇ ਵਿੱਚ ਡਿੱਗਿਆ ਪਿਆ ਹੈ, ਉਹਨੂੰ ਬਿਲਕੁਲ ਸੁੱਧ ਨਹੀਂ ਕਿ ਉਹਦਾ ਮੂੰਹ, ਉਹਦਾ ਸਰੀਰ ਲਿਬੜਿਆ ਹੋਇਆ ਹੈ,
ਇਸੇ ਤਰ੍ਹਾਂ ਹੀ ਮਾਇਆ ਦਾ ਅਵੱਲਾ ਨਸ਼ਾ ਪ੍ਰਾਣੀ ਨੂੰ ਇਹ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਤੂੰ ਇੰਨਾ ਜ਼ਿਆਦਾ ਇਹਦੇ ਵਿੱਚ ਲਿਬੜ ਗਿਆ ਹੈ। ਜਿਹੜੇ ਇਸ ਤਰ੍ਹਾਂ ਦੇ ਮਸਤ ਮਾਇਆ ਦੇ ਵਿੱਚ ਲੋਕ ਹਨ, ਉਹ ਸਾਧ ਜਨਾਂ ਦੀ ਨਿੰਦਿਆ ਕਰਕੇ ਪ੍ਰਸੰਨ ਹੁੰਦੇ ਹਨ। ਉਹਨਾਂ ਨੂੰ ਸਵਾਦ ਮਿਲਦਾ ਹੈ ਖਿੱਲੀ ਉਡਾ ਕੇ ਗਰੀਬਾਂ ਦੀ, ਜਲੀਲ ਕਰਦੇ ਹਨ, ਕਿਉਂਕਿ ਨਸ਼ਾ ਹੀ ਇੰਨਾ ਜ਼ਿਆਦਾ ਹੈ। ਉਹਨਾਂ ਨੂੰ ਮਾਇਆ ਪ੍ਰਾਪਤ ਕਰਕੇ ਆਪਣੇ ਆਪ ਨੂੰ ਸ਼ਹਿਨਸ਼ਾਹ ਦਾ ਦਰਜਾ ਦਿੰਦਿਆਂ ਕੋਈ ਸ਼ਰਮ ਨਹੀਂ ਆਉਂਦੀ। ਉਹ ਇਹ ਸਮਝਦੇ ਹਨ ਕਿ ਉਹਨਾਂ ਦੇ ਕੋਲ ਅਧਿਕਾਰ ਹੈ, ਕਿਸੇ ਦੀ ਵੀ ਬੇਇੱਜ਼ਤੀ ਕਰ ਸਕਦੇ ਹਨ, ਕਿਸੇ ਨੂੰ ਵੀ ਜਲੀਲ ਕਰ ਸਕਦੇ ਹਨ। ਗਰੀਬ ਦਾ ਕੋਈ ਵੀ ਮਾਣ ਸਤਿਕਾਰ ਉਹਨਾਂ ਦੀ ਗਿਣਤੀ ਦੇ ਵਿੱਚ ਨਹੀਂ ਹੈ। ਸੱਚੇ ਪਾਤਸ਼ਾਹ ਉਹਨਾਂ ਨਿੰਦਕਾਂ ਦੀ, ਉਹਨਾਂ ਚੁਗਲਖੋਰਾਂ ਦੀ ਸਾਨੂੰ ਮਿਸਾਲ ਦਿੰਦੇ ਹਨ ਕਿ ਠੀਕ ਹੈ, ਇਸ ਧਰਤੀ ਦੇ ਉੱਤੇ 4 ਦਿਨਾਂ ਦਾ ਮੇਲਾ ਉਹ ਮਾਣ ਲੈਂਦੇ ਹਨ, ਪਰ ਪ੍ਰਭੂ ਦੇ ਦਰਬਾਰ ਦੇ ਵਿੱਚ ਉਹਨਾਂ ਦੀ ਭੋਰਾ ਵੀ ਪੁੱਛ-ਗਿੱਛ ਨਹੀਂ ਹੈ। ਸਗੋਂ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਹਨ, ਸਜ਼ਾਵਾਂ ਵੀ ਬੜੀਆਂ ਭਿਆਨਕ, ਜਮਾਂ ਦੀਆਂ ਸਜ਼ਾਵਾਂ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਸੰਤ ਕੈ ਦੂਖਨ ਆਰਜਾ ਘਟੇ। ਆਰਜਾ ਉਮਰ, ਜ਼ਿੰਦਗੀ ਦੇ ਦਿਨ। ਜਿਹੜੇ ਨਿੰਦਕ ਲੋਕ ਹੈ, ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਹਨ, ਬਹਾਨੇ ਬਣਾ ਬਣਾ ਕੇ ਉਹਨਾਂ ਉੱਤੇ ਦੋਸ਼ ਲਾਉਂਦੇ ਹਨ। ਬੇਸ਼ੱਕ ਉਹਨਾਂ ਦੋਸ਼ਾਂ ਦਾ ਉਹ ਆਪ ਵੀ ਸ਼ਿਕਾਰ ਹੋਣ, ਪਰ ਫਿਰ ਵੀ ਲੋਕਾਂ ਦੇ ਵਿੱਚ ਭੱਡੀ ਕਰਦੇ ਹਨ। ਇਹਨਾਂ ਨੇ ਕਿਸੇ ਵੀ ਭਗਤ ਨੂੰ ਨਹੀਂ ਬਖਸ਼ਿਆ। ਹਰ ਭਗਤ ਨੂੰ ਜੀਵਨ ਦੇ ਵਿੱਚ ਦੁੱਖ ਹੀ ਸਹਿਣੇ ਪਏ। ਹਰ ਭਗਤ ਨੂੰ ਇਹਨਾਂ ਦੀਆਂ ਸੁਣਨੀਆਂ ਪਈਆਂ, ਕਿਉਂਕਿ ਲੋਕ ਤਾਂ ਤਮਾਸ਼ਬੀਨ ਹਨ। ਦੁਨੀਆ ਤਾਂ ਤਮਾਸ਼ਾ ਦੇਖਣ ਵਾਲੀ ਹੈ। ਜੇ ਕੋਈ ਡੁਗ-ਡੁਗੀ ਵਜਾ ਕੇ ਜ਼ਿਆਦਾ ਰੌਚਕ ਤਮਾਸ਼ਾ ਦਿਖਾਉਂਦਾ ਹੈ, ਲੋਕ ਉਹਨਾਂ ਹੀ ਸਿਰ ਮਾਰਦੇ ਹਨ। ਪਰ ਜਿਹੜੇ ਇਸ ਤਰ੍ਹਾਂ ਦੇ ਸਿਰ ਮਾਰਨ ਵਾਲੇ ਹਨ, ਗਰੀਬਾਂ, ਨਿਮਾਣਿਆਂ, ਨਤਾਣਿਆਂ, ਨਚਾਰਿਆਂ ਦੀ ਬੇਇੱਜ਼ਤੀ ਦੇਖ ਕੇ ਪ੍ਰਸੰਨ ਹੁੰਦੇ ਹਨ, ਛਾਲਾਂ ਮਾਰਦੇ ਹਨ, ਭੰਗੜੇ ਪਾਉਂਦੇ ਹਨ, ਉਹਨਾਂ ਦੀ ਉਮਰ ਘਟਦੀ ਹੈ। ਸੰਤ ਕੈ ਦੂਖਨ ਆਰਜਾ ਘਟੇ, ਸੰਤ ਕੈ ਦੁਖ ਜੰਮ ਤੇ ਨਹੀਂ ਛੁਟੈ। ਜਮਦੂਤ ਕੌਣ ਹੈ? ਗੁਰਬਾਣੀ ਦੇ ਮੁਤਾਬਕ ਜਦੋਂ ਇਨਸਾਨ ਦੀ ਉਮਰ ਪੂਰੀ ਹੋ ਜਾਂਦੀ ਹੈ, ਸਵਾਸਾਂ ਦਾ ਖਜ਼ਾਨਾ ਮੁੱਕ ਜਾਂਦਾ ਹੈ, ਤਾਂ ਦਰਗਾਹ ਤੋਂ ਸੁਨੇਹਾ ਆਉਂਦਾ ਹੈ ਕਿ ਹੁਣ ਤੂੰ ਇਸ ਸਰੀਰ ਦੇ ਵਿੱਚੋਂ ਪ੍ਰਾਣੀ ਜਾ ਰਿਹਾ ਹੈ, ਤੇਰਾ ਸਮਾਂ ਮੁੱਕ ਗਿਆ ਹੈ। ਦੱਸਿਆ ਜਾਂਦਾ ਹੈ ਕਿ 2 ਕਿਸਮ ਦੇ ਮੈਸੇਂਜਰ ਆਉਂਦੇ ਹਨ। ਇੱਕ ਉਹ ਆਉਂਦੇ ਹਨ ਜਿਹੜੇ ਬਵਾਨ ਲੈ ਕੇ ਸਤਿਕਾਰ ਦੇ ਨਾਲ ਜਨ ਦੀ ਆਤਮਾ ਨੂੰ ਸਿਰ ਝੁਕਾਉਂਦੇ ਹੋਏ ਪ੍ਰਭੂ ਦੇ ਦਰਬਾਰ 'ਚ ਲੈ ਕੇ ਜਾਂਦੇ ਹਨ। ਦੂਸਰੇ ਉਹ ਆਉਂਦੇ ਹਨ ਜਿਹੜੇ ਪੁਲਿਸ ਦੀ ਤਰ੍ਹਾਂ ਡਾਂਗਾਂ ਸੋਟੇ ਹੱਥਾਂ 'ਚ ਫੜੇ ਹੋਏ ਹਨ, ਡਰਾਮਣੇ ਚਿਹਰੇ ਹਨ, ਭੈ ਭੀਤ ਕਰਨ ਦੇ ਸਮਰੱਥ ਹਨ। ਉਹਨਾਂ ਨੂੰ ਜਮਦੂਤ ਕਿਹਾ ਜਾਂਦਾ ਹੈ। ਬਵਾਨਾ, ਉੱਡਣ ਕਠੋਲਿਆਂ ਵਾਲਿਆਂ ਨੂੰ ਦੇਵਤੇ ਕਿਹਾ ਜਾਂਦਾ ਹੈ। ਦੋਨੇ ਹੀ ਧਰਮਰਾਜ ਦੇ ਦਰਬਾਰ ਦੇ ਮੁਲਾਜ਼ਮ ਹਨ।
ਇੰਪਲਾਈ ਹਨ। ਜਿਸ ਤਰ੍ਹਾਂ ਡਿਸਪੈਚਰ ਡਿਸਪੈਚ ਕਰਦਾ ਹੈ ਉਸ ਤਰ੍ਹਾਂ ਉਹ ਆ ਜਾਂਦੇ ਹਨ। ਚਾਹੇ ਦੇਵਤਾ ਜਨ ਹੋਣ, ਚਾਹੇ ਦੂਤ ਜਮਦੂਤ ਜਨ ਹੋਣ, ਉਹਨਾਂ ਦਾ ਇਹ ਇੱਕ ਕਰਤੱਵ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹੜੇ ਸੰਤਾਂ ਨੂੰ ਨਿੰਦਦੇ ਹਨ, ਭੰਡਦੇ ਹਨ, ਜਲੀਲ ਕਰਦੇ ਹਨ, ਇੱਥੇ ਤਾਂ ਉਹ ਬਹੁਤ ਪ੍ਰਸੰਨ ਹੁੰਦੇ ਹਨ। ਪਰ ਜਦੋਂ ਉਹਨਾਂ ਦੀ ਉਮਰ ਮੁੱਕ ਜਾਂਦੀ ਹੈ ਤਾਂ ਉਹਨਾਂ ਨੂੰ ਧੱਕੇ ਮਾਰ ਮਾਰ ਕੇ, ਸੰਗਲਾਂ ਦੇ ਵਿੱਚ ਨੂੜ ਕੇ ਜਮਦੂਤ ਪ੍ਰਭੂ ਦੇ ਦਰਬਾਰ 'ਚ ਧਰਮਰਾਏ ਦੀ ਕਚਹਿਰੀ ਦੇ ਵਿੱਚ ਪੇਸ਼ ਕਰਦੇ ਹਨ। ਉੱਥੇ ਉਹਨਾਂ ਦਾ ਪੈਸਾ ਕੰਮ ਨਹੀਂ ਆਉਂਦਾ, ਸਿਫਾਰਿਸ਼ ਵੀ ਨਹੀਂ ਲੱਗਦੀ। ਜਿਹੜਾ ਕਮਾਇਆ ਸਾਰੇ ਦਾ ਸਾਰਾ ਬਿਰਥਾ ਚਲਾ ਜਾਂਦਾ ਹੈ, ਕਿਉਂਕਿ ਉਹਨਾਂ ਦੀ ਜੇਬ ਖਾਲੀ ਹੈ। ਪ੍ਰਭੂ ਦੇ ਦਰਬਾਰ ਦੇ ਵਿੱਚ ਕੁਝ ਵੀ ਨਹੀਂ ਜਾ ਸਕਦਾ। ਇੱਥੇ ਦੀ ਮਾਇਆ ਇੱਥੇ ਹੀ ਰਹਿ ਗਈ। ਦੂਸਰੇ ਪਾਸੇ ਸੇਵਕ ਭਗਤ ਨਾਮ ਦਾ ਰਸੀਆ ਪੂਰਾ ਭਰਿਆ ਹੋਇਆ ਜਾਂਦਾ ਹੈ। ਨਾਮ ਦਾ ਰੱਜਿਆ ਹੋਇਆ ਦਰਬਾਰ ਦੇ ਵਿੱਚ ਪੇਸ਼ ਹੁੰਦਾ ਹੈ। ਉੱਥੇ ਵੀ ਉਹਨੂੰ ਸਿਰ ਝੁਕਾਇਆ ਜਾਂਦਾ ਹੈ ਕਿ ਤੂੰ ਬਹੁਤ ਬਹੁਤ ਪ੍ਰਭੂ ਦਾ ਜਿਹੜਾ ਮਿਸ਼ਨ ਹੈ ਜੀਵਨ ਦੇ ਵਿੱਚ ਰਹਿੰਦਿਆਂ ਹੋਇਆ ਪੂਰਾ ਕੀਤਾ, ਗਰੀਬਾਂ ਦੀ ਸਹਾਇਤਾ ਕੀਤੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਸੰਤ ਕੇ ਦੁਖਨ ਨਰਕ ਮੈਂ ਪਾਏ, ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ। ਸੰਤਨ ਕੇ ਦੁਖਨ ਸੁਖ ਸਭ ਜਾਏ, ਸਾਰੇ ਸੁੱਖ ਹੈ ਉਹਨਾਂ ਦੇ ਚਲੇ ਜਾਂਦੇ ਹਨ। ਖੁਸ਼ੀਆਂ ਅਲੋਪ ਹੋ ਜਾਂਦੀਆਂ ਹਨ। ਜਿਹੜੇ ਹਾਸੇ ਨੇ ਲੁਕ ਜਾਂਦੇ ਹਨ। ਚਿਹਰੇ ਉੱਤੇ ਉਦਾਸੀ ਆ ਜਾਂਦੀ ਹੈ। ਸਾਰਾ ਜੀਵਨ ਕੰਮ ਕੀਤਾ, ਦਿਨ ਰਾਤ ਇੱਕ ਕਰਕੇ ਸਰੀਰ ਨੂੰ ਸੌਣ ਵੀ ਨਹੀਂ ਦਿੱਤਾ। ਜਦੋਂ ਬਹੁਤਾ ਥੱਕ ਗਏ ਤਾਂ ਸ਼ਰਾਬ ਦੀ ਨਸ਼ੇ ਦੀ ਵਰਤੋਂ ਕਰਕੇ ਸਰੀਰ ਨੂੰ ਕਮਲਾ ਕਰਕੇ ਸੁਲਾ ਦਿੱਤਾ। ਦੂਸਰਿਆਂ ਦੀ ਕੰਪਨੀ ਲੱਭੀ ਜਿਹੜੇ ਆਪ ਦੇ ਨਾਲ ਮਿਲਦੇ ਖਿਆਲਾਂ ਵਾਲੇ ਸਨ। ਰਲ ਕੇ ਫਿਰ ਉਹਨਾਂ ਲੋਕਾਂ ਦਾ ਮਜ਼ਾਕ ਉਡਾਉਂਦੇ ਜਿਹੜੇ ਗੁਰੂ ਦਾ ਨਾਮ ਜਪਦੇ, ਰੋਜੀ ਰੋਟੀ ਇਮਾਨਦਾਰੀ ਨਾਲ ਕਮਾਉਂਦੇ। ਉਹਨਾਂ ਦੀ ਖਿੱਲੀ ਉਡਾਉਂਦੇ, ਉਹਨਾਂ ਨੂੰ ਜਲੀਲ ਕਰਦੇ। ਕੰਪਨੀ ਦੇ ਵਿੱਚ ਬੈਠ ਬੈਠ ਕੇ ਤਮਾਸ਼ੇ ਕਰਦੇ, ਨਾਟਕ ਖੇਡਦੇ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹਨਾਂ ਦੇ ਸੁੱਖ ਹੈ ਜਿਹੜੇ ਮੁੱਕ ਗਏ। ਹੁਣ ਦੁੱਖਾਂ ਦੀ ਲੜੀ ਸ਼ੁਰੂ ਹੋ ਗਈ ਅਤੇ ਉਹਨਾਂ ਨੂੰ ਜਮਦੂਤਾਂ ਨੇ ਜਦੋਂ ਧਰਮਰਾਜ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਤਾਂ ਇਸ਼ਾਰੇ ਦੇ ਮੁਤਾਬਕ ਉਹਨਾਂ ਨੂੰ ਨਰਕਾਂ ਦੀਆਂ ਕੁੰਡਾਂ, ਤੇਲ ਦੀਆਂ ਭੱਠੀਆਂ ਦੇ ਵਿੱਚ ਸੁੱਟ ਦਿੱਤਾ ਜਾਂਦਾ। ਉੱਥੇ ਸੜੀ ਜਾਂਦੇ ਹਨ, ਨਰਕ ਦੇ ਵਿੱਚ ਪੈ ਪਚੀ ਜਾਂਦੇ ਹਨ। ਇੰਨਾ ਭਿਆਨਕ ਕਸ਼ਟ ਸਹਿੰਦੇ ਹਨ ਕਿ ਉਹਨਾਂ ਨੂੰ ਉੱਥੇ ਕੋਈ ਛਡਾਉਣ ਵਾਲਾ ਵੀ ਨਹੀਂ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਸੰਤ ਕੈ ਦੁਖਨ ਮਤ ਹੋਏ ਮਲੀਨ। ਜਿਹੜੇ ਨਾਮ ਲੈਣ ਵਾਲੇ ਮਤਵਾਲਿਆਂ ਦੀ ਨਕਲ ਉਤਾਰਦੇ ਹਨ, ਉਹਨਾਂ ਦੀਆਂ ਨਕਲਾਂ ਕਰਕੇ ਉਹਨਾਂ ਨੂੰ ਪਾਗਲ ਕਰਾਰ ਦਿੰਦੇ ਹਨ। ਉਹਨਾਂ ਨੂੰ ਅਕਲ ਵਾਲੇ ਹੋਣ ਦੇ ਬਾਵਜੂਦ ਅਕਲਹੀਨ ਬਣਾ ਦਿੰਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਠੀਕ ਹੈ, ਉਹਨਾਂ ਦੀ ਇੱਥੇ ਕੁਝ ਦਿਨ ਲੋਕਾਂ ਦੇ ਵਿੱਚ ਗੱਲਬਾਤ ਹੈ,
ਮਾਇਆ ਦੀ ਸ਼ਕਤੀ ਕਰਕੇ ਉਹਨਾਂ ਦਾ ਸਤਿਕਾਰ ਹੈ। ਪਰ ਜਦੋਂ ਇਹ ਮੁੱਕ ਜਾਂਦਾ ਸਮਾਂ, ਦੂਸਰੀ ਕਚਹਿਰੀ ਵਾਹਿਗੁਰੂ ਦੀ ਹੈ ਅਤੇ ਉੱਥੇ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਹਨ। ਸੰਤਨ ਕੇ ਦੂਖਨ ਸੋਭਾ ਤੇ ਹੀਨ। ਇੱਥੇ ਤਾਂ ਬਹੁਤ ਬੱਲੇ ਬੱਲੇ ਕਰਵਾ ਲੈਂਦੇ ਹਨ। ਹਰ ਰੋਜ਼ ਲੱਭਦੇ ਹਨ ਕਿ ਕੋਈ ਨਾ ਕੋਈ ਪਾਰਟੀ ਹੋਵੇ, ਲੋਕ ਇਕੱਠੇ ਹੋਣ, ਸਾਡਾ ਨਾਂ ਲਿਆ ਜਾਵੇ, ਚਾਹੇ ਕਿਸੇ ਬਹਾਨੇ ਨਾਲ ਹੀ। ਇਸ ਤਰ੍ਹਾਂ ਦੀਆਂ ਪਾਰਟੀਆਂ ਦੇ ਵਿੱਚ ਇੰਨਾ ਗਵਾਚ ਜਾਂਦੇ ਹਨ। ਬਸ ਦਿਨ ਰਾਤ ਇਹੀ ਚਿਤਵਣੀ ਲੱਗੀ ਰਹਿੰਦੀ ਹੈ ਕਿ ਸਾਨੂੰ ਕੋਈ ਚੰਗਾ ਕਹੇ, ਸਾਨੂੰ ਕੋਈ ਦਾਨੀ ਕਹੇ, ਸਾਨੂੰ ਕੋਈ ਭਲਾ ਕਹੇ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹੋਏ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਦੇ ਲੋਕ ਸੰਤਨ ਕੈ ਦੂਖਨ ਸੋਭਾ ਤੇ ਹੀਨ, ਉਹ ਆਪਣੀ ਕੀਰਤੀ, ਆਪਣਾ ਐਮੇਜ ਲੋਕਾਂ ਦੇ ਵਿੱਚ ਗਵਾ ਲੈਂਦੇ ਹਨ। ਸੰਤ ਕੇ ਹੱਤੇ ਕੋ ਰੱਖੇ ਨਾ ਕੋਏ, ਸੰਤ ਕੇ ਦੂਖਨ ਥਾਨ ਭ੍ਰਸ਼ਟ ਹੋਏ। ਜਿਹੜਾ ਸਾਧੂ ਦਾ ਦਰਕਾਰਿਆ ਹੋਇਆ, ਉਹਨੂੰ ਕੋਈ ਬਚਾ ਨਹੀਂ ਸਕਦਾ। ਅਜੇ ਪ੍ਰਭੂ ਨਾਰਾਜ਼ ਹੋ ਜਾਵੇ ਤਾਂ ਉਹਨੂੰ ਸੰਗਤ ਬਖਸ਼ ਸਕਦੀ ਹੈ, ਭਗਤ ਛਡਾ ਸਕਦੇ ਹਨ। ਪਰ ਜੇ ਭਗਤ ਨੇ ਕਿਸੇ ਨੇ ਵੱਧ ਅਸੀਸ ਦੇ ਦਿੱਤੀ ਤਾਂ ਉਹਨੂੰ ਬਚਾਉਣ ਵਾਲਾ ਕੋਈ ਨਹੀਂ ਹੈ। ਜਿੱਥੇ ਉਹ ਰਹਿੰਦੇ ਹਨ, ਨਿੰਦਕ ਰਹਿੰਦੇ ਹਨ, ਚਾਹੇ ਉਹਨਾਂ ਦੇ ਘਰ ਮਹਿਲਾਂ ਸਮਾਨ ਹੋਣ, ਕੀਮਤੀ ਤੋਂ ਕੀਮਤੀ ਪੱਥਰ ਲਿਆ ਕੇ ਜੜੇ ਹੋਣ, ਰੋਸ਼ਨੀ ਦੀਆਂ ਲਾਈਟਾਂ ਇਸ ਤਰ੍ਹਾਂ ਹੋਣ ਜਿਵੇਂ ਕਿ ਦੀਵਾਲੀ ਹੋਵੇ, ਪਰ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹ ਕਬਰਸਤਾਨ ਤੋਂ ਘੱਟ ਨਹੀਂ ਹੈ। ਜਿੱਥੇ ਪ੍ਰਭੂ ਦਾ ਨਾਮ ਨਹੀਂ ਲਿਆ ਜਾਂਦਾ, ਜਿੱਥੇ ਗਰੀਬਾਂ ਨੂੰ ਦਰਕਾਰਿਆ ਜਾਂਦਾ, ਲਾਲੂਆਂ ਦੀ ਬੇਪਤੀ ਹੁੰਦੀ ਹੈ, ਉਹ ਜਗ੍ਹਾ ਭ੍ਰਿਸ਼ਟ ਹੋ ਜਾਂਦੀ ਹੈ, ਗੰਦੀ ਹੋ ਜਾਂਦੀ ਹੈ। ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਭੀ ਤਰੇ। ਕਿੰਨੇ ਕਿਰਪਾਲੂ ਹਨ, ਕਿੰਨੇ ਦਿਆਲੂ ਹਨ ਮੇਰੇ ਸਤਿਗੁਰ ਪਿਆਰੇ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹੜੇ ਗੁਰੂ ਦੇ ਪਿਆਰੇ ਆ ਉਹ ਸਰਬੱਤ ਦਾ ਭਲਾ ਮੰਗਦੇ ਹਨ। ਉਹਨਾਂ ਦੀ ਭਾਸ਼ਾ ਦੇ ਵਿੱਚ ਕਿਸੇ ਦਾ ਬੁਰਾ ਲਿਖਿਆ ਹੀ ਨਹੀਂ ਹੁੰਦਾ। ਈਵਨ ਉਹ ਵੀ ਜਿਹੜੇ ਉਹਨਾਂ ਦੀ ਨਿੰਦਿਆ ਚੁਗਲੀ ਕਰਦੇ ਹਨ। ਇਤਿਹਾਸ ਦੇ ਵਿੱਚ ਵੀ ਬਹੁਤ ਥੋੜ੍ਹੇ ਰਿਸ਼ੀ ਮੁਨੀ ਸਾਧੂ ਜਨ ਹੋਏ ਹਨ ਜਿਨ੍ਹਾਂ ਨੇ ਕਦੇ ਸਰਾਫ ਦਿੱਤਾ ਹੋਵੇ, ਨਹੀਂ ਤਾਂ ਸਾਰਿਆਂ ਨੇ ਸਰਬੱਤ ਦਾ ਭਲਾ ਹੀ ਮੰਨਿਆ ਹੈ। ਦੁਸ਼ਮਣਾਂ ਦਾ ਵੀ, ਨਿੰਦਕਾਂ ਦਾ ਵੀ। ਕਬੀਰ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਮੇਰੀ ਨਿੰਦਿਆ, ਮੈਨੂੰ ਜਲੀਲ, ਮੈਨੂੰ ਨੀਵਾਂ ਦਰਸਾਉਂਦੇ ਹਨ, ਉਹ ਮੇਰੇ ਮਾਤਾ ਪਿਤਾ ਸਮਾਨ ਹਨ। ਮੈਨੂੰ ਪ੍ਰਭੂ ਦੇ ਨਾਲ ਜੋੜਨ ਦੇ ਵਿੱਚ ਸਹਾਇਤਾ ਕਰਦੇ ਹਨ। ਕਿੰਨੇ ਭਲੇ ਲੋਕ ਹਨ, ਮੇਰੇ ਕੱਪੜੇ ਵੀ ਧੋਂਦੇ ਹਨ। ਮੈਂ ਜੋ ਕੁਝ ਵੀ ਬਣਿਆ ਹਾਂ ਉਹਨਾਂ ਦੇ ਸਿਰ ਤੇ ਉੱਤੇ ਹੀ ਬਣਿਆ ਹਾਂ। ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਬਖਸ਼ ਲੈਣ, ਉਹ ਵੀ ਤਰ ਜਾਣ
ਧੰਨ ਧੰਨ ਗੁਰੂ ਅਰਜਨ ਦੇਵ ਜੀ ਇਸੇ ਤਰ੍ਹਾਂ ਸਾਨੂੰ ਸਮਝਾ ਰਹੇ ਹਨ ਕਿ ਸਾਧੂ ਦੀ, ਸੰਤ ਦੀ, ਭਗਤ ਦੀ ਜੇ ਕਿਰਪਾ ਹੋ ਜਾਵੇ ਤਾਂ ਨਾਨਕ ਸੰਤ ਸੰਗ ਨਿੰਦਕ ਪੀ ਤਰੇ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹੜੇ ਸੁੱਖ ਪ੍ਰਭੂ ਦੇ ਪਿਆਰੇ ਨੇ ਨਾਮ ਜਪ ਕੇ ਪ੍ਰਾਪਤ ਕੀਤੇ ਹਨ, ਜਿਹੜੀ ਇਲਾਹੀ ਖੁਸ਼ੀ ਉਹ ਮਾਣ ਰਿਹਾ ਹੈ, ਉਹ ਨਿਸ਼ਾਵਰ ਕਰ ਦਿੰਦਾ ਹੈ। ਉਹਨਾਂ ਨਿੰਦਕਾਂ ਨੂੰ ਆਪਣੇ ਵਰਗੇ ਹੀ ਬਣਾ ਲੈਂਦਾ ਹੈ। ਉਹ ਵੀ ਤਰ ਜਾਂਦੇ ਹਨ। ਸੱਚੇ ਪਾਤਸ਼ਾਹ ਉਹਨਾਂ ਉੱਤੇ ਵੀ ਅਪਾਰ ਕਿਰਪਾ ਕਰ ਦਿੰਦਾ ਹੈ। ਗੁਰੂ ਪਿਆਰਿਓ, ਇੱਕ ਵੇਰ ਆਪਾਂ ਇਸੇ ਅਸ਼ਟਪਦੀ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰਦੇ ਹਾਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ। ਪਹਿਲਾ ਸ਼ਲੋਕ ਸੰਤ ਸਰਨ ਜੋ ਜਨ ਪਰੇ ਸੋ ਜਨ ਉਦਰਨਹਾਰ। The person who seeks the shelter of the saints, that person is saved. संत की निंदा नानका बहुर बहुर अवतार। By slandering the saints, O Nanak, the mortal is born again and again. अष्टपदी। संत के दुखन आरजा घटे। By accusing the saints, man's life is shortened. Critics of Lord's lovers always being punished. The one who make insult of the poor, the one who always remember Lord, meditate, they always enjoy the pleasure of Lord, but the critics always punished. Their life is shortened, their days are reduced. संत कै दुखन जम ते नहीं छुटै। The accusers of saints. People always come and go. They cannot go away from the messenger of God. Carriers of God, death messengers. By accusing the saints, man escapes not from the death couriers. संत के दुखन सुख सब जाए. By accusing the saints, all the happiness goes away. Accusers of saints, lovers of God, don't have no peace of mind. Their happiness is completely hidden from them. संतन के दुखन नरक में पाए. Accusers of saints, the mortal falls into hell. संतन के दुखन मत होए मलीन. The wisdom of accusers becomes dirty. By accusing the saints, understanding becomes impute. संत के दुखन शोभा ते हीन. By accusing the saints, man loses his celebrity, no respect, because God punished them. संत के हत्ते को रखे न कोई. Nobody can save those people who always criticize God's lovers, saint, sadhus, those people who always down to the earth. Those people who criticize them are never take any rest. Nobody can save them. The pain they give to the saints, they have pains all the time.
संत के दूखन थान भ्रिष्ट होए. By accusing the saints, the place is defiled. संत कृपाल कृपा जे करे, नानक संत संग निंदक भी तरे. Nanak, even a slanderer is saved in the company of saints if the compassionate saints show mercy on them or on him. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹਨਾਂ ਦਾ ਹਿਰਦਾ ਜਿਹੜਾ ਪ੍ਰਭੂ ਵਰਗਾ ਬਣ ਜਾਂਦਾ ਹੈ, ਮੁੱਕ ਜਾਂਦਾ ਉਹਨਾਂ ਦੇ ਹਿਰਦੇ ਦੇ ਵਿੱਚੋਂ ਨਫ਼ਰਤ ਦਾ ਵਰਤਾਰਾ, ਉਹ ਸ਼ੁੱਧ ਹੋ ਜਾਂਦੇ ਹਨ। ਜਿਵੇਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਪ੍ਰਭੂ ਦੀ ਪਰਿਭਾਸ਼ਾ ਸਾਨੂੰ ਦਿੱਤੀ ਹੈ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਇਸੇ ਤਰ੍ਹਾਂ ਜਿਹੜੇ ਪਿਆਰੇ ਉਹਨੂੰ ਸਿਮਰਦੇ ਹਨ, ਉਹਦੀ ਆਰਾਧਨਾ ਕਰਦੇ ਹਨ, ਦਿਨ ਰਾਤ ਉਹਨੂੰ ਧਿਆਉਂਦੇ ਹਨ, ਉਹਦੀ ਭੈ ਦੇ ਥੱਲੇ ਜੀਂਦੇ ਹਨ, ਉਹਨਾਂ ਨੂੰ ਉਹ ਆਪਣੇ ਵਰਗੇ ਹੀ ਬਣਾ ਲੈਂਦਾ ਹੈ। ਉਹਨਾਂ ਨੂੰ ਦੁਨੀਆ ਦੀ ਜੁਗਤ ਸਮਝਾ ਦਿੰਦਾ ਹੈ, ਉਹਨਾਂ ਨੂੰ ਖਲਾ ਦੀ ਅਕਲ ਮਿਲ ਜਾਂਦੀ ਹੈ। ਪ੍ਰਭੂ ਦਾ ਹੀ ਰੂਪ ਨਿਰਵੈਰ ਨਿਰਭਉ ਬਣ ਜਾਂਦੇ ਹਨ ਅਤੇ ਉਹਨਾਂ ਦੀ ਜਿਹੜੀ ਕੋਈ ਤਕਲੀਫ ਹੈ, ਜਿਹੜਾ ਦੁੱਖ ਹੈ, ਉਹ ਪ੍ਰਭੂ ਪ੍ਰੀਤਮ ਪਿਆਰੇ ਆਪ ਹੀ ਕੱਟ ਦਿੰਦੇ ਹਨ। ਸਰੀਰ ਤੋਂ ਰਹਿਤ ਹੋ ਕੇ ਵੀ ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਰਹਿੰਦੇ ਹਨ। ਹਮੇਸ਼ਾ ਹਮੇਸ਼ਾ ਦੇ ਲਈ ਜਿਹੜੇ ਸ਼ਰਨ ਉਹਨਾਂ ਦੀ ਪੈ ਜਾਂਦੇ ਹਨ, ਜੇ ਕਿਸੇ ਨੂੰ ਮਿਲ ਗਿਆ ਦੀ ਦੋਸਤੀ ਵੀ ਇਸੇ ਤਰ੍ਹਾਂ ਹੈ ਜਿਵੇਂ ਪ੍ਰਭੂ ਖੁਦ ਮਿਲ ਗਿਆ ਹੋਵੇ। ਉਹ ਪਾਰ ਹੋ ਜਾਂਦੇ ਹਨ, ਮਾਤਾ ਦੇ ਗਰਭ ਦੇ ਵਿੱਚ ਮੁੜ ਕੇ ਨਹੀਂ ਆਉਂਦੇ। ਪਰ ਜਿਹੜੇ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਮਜ਼ਾਕ ਉਡਾਉਂਦੇ ਹਨ, ਉਹਨਾਂ ਨੂੰ ਬੌਰੇ ਕਹਿੰਦੇ ਹਨ, ਭੂਤਨੇ ਆਖਦੇ ਹਨ, ਬਤਾਲੇ ਕਹਿ ਕੇ ਸ਼ੇਖੀਆਂ ਮਾਰਦੇ ਹਨ, ਸੱਚੇ ਪਾਤਸ਼ਾਹ ਮਿਹਰ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ ਕਿ ਉਹ ਦੋਜ਼ਖ ਦੀਆਂ ਭੱਠੀਆਂ ਦੇ ਵਿੱਚ ਸੜਦੇ ਹਨ। ਉਹਨਾਂ ਨੂੰ ਮੁੜ ਮੁੜ ਕੇ ਜਨਮ ਲੈਣਾ ਪੈਂਦਾ ਹੈ, ਮੁੜ ਮੁੜ ਕੇ ਉਹਨਾਂ ਨੂੰ ਮਾਤਾ ਦੇ ਗਰਭ ਦੇ ਵਿੱਚ ਆਉਣਾ ਪੈਂਦਾ ਹੈ, ਮੁੜ ਮੁੜ ਕੇ ਉਹ ਸਰੀਰ ਟੋਲਦੇ ਰਹਿੰਦੇ ਹਨ, ਪ੍ਰਭੂ ਤੋਂ ਬਹੁਤ ਦੂਰ ਦੂਰ ਚਲੇ ਜਾਂਦੇ ਹਨ। ਜ਼ਿੰਦਗੀ ਭਰ ਜਿਨ੍ਹਾਂ ਨੇ ਗਰੀਬਾਂ ਨੂੰ ਨਿੰਦਿਆ, ਗੁਰੂ ਦਾ ਨਾਮ ਲੈਣ ਵਾਲਿਆਂ ਨੂੰ ਦਰਕਾਰਿਆ, ਉਹਨਾਂ ਦੀ ਉਮਰ ਘੱਟ ਜਾਂਦੀ ਹੈ, ਉਹਨਾਂ ਦੇ ਦਿਨ ਕੱਟੇ ਜਾਂਦੇ ਹਨ। ਫਿਰ ਜਮਦੂਤ ਉਹਨਾਂ ਨਾਲ ਕੀ ਵਿਹਾਰ ਕਰਦਾ ਹੈ, ਕਿਹੜੇ ਦੁੱਖ ਉਹਨਾਂ ਨੂੰ ਦਿੰਦਾ ਹੈ। ਭੱਠੀਆਂ ਦੇ ਵਿੱਚ ਦੁੱਖਾਂ ਦੀ ਗਿਣਤੀ ਮਿਣਤੀ ਹੋ ਹੀ ਨਹੀਂ ਸਕਦੀ ਜਿੱਥੇ ਉਹ ਸੜਦੇ ਹਨ। ਇਸ ਧਰਤੀ ਉੱਤੇ ਉਹਨਾਂ ਨੇ ਮਾਇਆ ਦਾ ਕਸ਼ਟ ਸਹਾਰਿਆ, ਮਾਇਆ ਦਾ ਰਾਗ ਅਲਾਪਦੇ ਰਹੇ। ਜਿਹੜੀ ਮਾਇਆ ਆਪ 24 ਘੰਟੇ ਟਿਕਦੀ ਨਹੀਂ, ਉਹਦੇ ਚੇਲੇ ਕਿਵੇਂ ਸੁੱਖ ਪਾ ਸਕਦੇ ਹਨ। ਜਦੋਂ ਮੌਤ ਦੇ ਫਰਿਸ਼ਤੇ ਆਏ
ਤਾਂ ਉਹ ਖਿੱਚ ਖਿੱਚ ਕੇ ਧੂ ਧੂ ਕੇ ਉਹਨਾਂ ਨੂੰ ਲੈ ਗਏ। ਗੁਰੂ ਪਿਆਰਿਓ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਗੁਰੂ ਦੇ ਪਿਆਰਿਆਂ ਨੂੰ ਸਤਿਕਾਰ ਨਾਲ ਲੈ ਕੇ ਜਾਇਆ ਜਾਂਦਾ ਹੈ। ਕਹਿੰਦੇ ਹਨ ਇਤਿਹਾਸਕ ਜਾਂ ਮਿਥਿਹਾਸਕ ਇੱਕ ਕਹਾਣੀ ਹੈ, ਇੱਕ ਘਟਨਾ ਹੈ ਕਿ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਤਾਰਦੇ ਹੋਏ ਦੁਨੀਆ ਨੂੰ ਭਲਾ ਕਰਦੇ ਹੋਏ ਕਿਸੇ ਪਿੰਡ ਦੇ ਵਿੱਚ ਗਏ ਤਾਂ ਪਿੰਡ ਵਾਲਿਆਂ ਨੇ ਮਰਦਾਨੇ ਨੂੰ ਤੇ ਸੱਚੇ ਪਾਤਸ਼ਾਹ ਨੂੰ ਪਿੰਡ ਦੇ ਵਿੱਚ ਨਹੀਂ ਵੜਨ ਦਿੱਤਾ, ਕਿਉਂਕਿ ਗੁਰੂ ਦੋਖੀਆਂ ਨੇ ਇਹ ਖਬਰ ਫੈਲਾ ਦਿੱਤੀ ਸੀ ਕਿ ਨਾਨਕ ਨਾਮੀ ਤਪਾ ਪਿੰਡਾਂ ਦੇ ਵਿੱਚ ਆਉਂਦਾ ਹੈ, ਉਹ ਉਲਟੀ ਸਿੱਖਿਆ ਦਿੰਦਾ ਹੈ, ਨੌਜਵਾਨਾਂ ਨੂੰ ਆਪਣੇ ਪਿੱਛੇ ਲਗਾ ਲੈਂਦਾ ਹੈ। ਇਸ ਤਰ੍ਹਾਂ ਦਾ ਪ੍ਰਚਾਰ ਗੁਰੂ ਦੋਖੀਆਂ ਨੇ ਕੀਤਾ ਤਾਂ ਸ਼ਾਮਾਂ ਦੇ ਸਮੇਂ ਪਿੰਡ ਦੇ ਵਿੱਚ ਵੀ ਨਹੀਂ ਵੜਨ ਦਿੱਤਾ ਅਤੇ ਸੱਚੇ ਪਾਤਸ਼ਾਹ ਉਸ ਪਿੰਡ ਦੀਆਂ ਮੜੀਆਂ ਕਬਰਸਤਾਨ ਦੇ ਵਿੱਚ ਜਾ ਠਹਿਰੇ, ਜਿੱਥੇ ਲਾਸ਼ਾਂ ਨੂੰ ਸਾੜਿਆ ਜਾਂਦਾ ਸੀ, ਸੰਸਕਾਰ ਕੀਤਾ ਜਾਂਦਾ ਸੀ। ਉੱਥੇ ਉਹਨਾਂ ਨੇ ਆਪਣੇ ਰਾਤ ਕੱਟਣ ਦੀ ਵਿਉਂਤ ਲਗਾ ਲਈ। ਤਾਂ ਰਾਤ ਨੂੰ ਕੀ ਹੋਇਆ, ਕੁਝ ਕੁ ਪਿੰਡ ਦੇ ਨੌਜਵਾਨ ਆਪਣੀ ਮੌਜ ਦੇ ਵਿੱਚ ਉੱਥੇ ਖੇਡਦੇ ਫਿਰਦੇ ਹਨ। ਤੱਕਿਆ ਜਿੱਥੇ ਸੱਚੇ ਪਾਤਸ਼ਾਹ ਠਹਿਰੇ ਹੋਏ ਆ, ਬਿਲਕੁਲ ਉਸ ਜਗ੍ਹਾ ਦੇ ਕੋਲ ਕੋਈ ਪ੍ਰਾਣੀ ਜਿਹੜਾ ਉਸੇ ਦਿਨ ਮਰ ਚੁੱਕਿਆ ਸੀ, ਉਹਦਾ ਸੰਸਕਾਰ ਕੀਤਾ ਗਿਆ ਸੀ, ਸੰਬੰਧੀ ਘਰਾਂ ਨੂੰ ਚਲੇ ਗਏ ਸੀ, ਪਰ ਸਰੀਰ ਅਜੇ ਵੀ ਸੰਸਕਾਰ ਹੋ ਰਿਹਾ ਸੀ। ਉਹ ਨੌਜਵਾਨ ਪਿੰਡ ਦੇ ਤੱਕ ਰਹੇ ਹਨ, ਝਗੜਾ ਹੋ ਰਿਹਾ ਹੈ ਦੈਂਤਾਂ ਦਾ ਅਤੇ ਦੇਵਤਿਆਂ ਦਾ। ਦੇਵਤੇ ਕਹਿੰਦੇ ਹਨ ਕਿ ਅਸੀਂ ਲੈ ਕੇ ਜਾਣਾ ਹੈ, ਇਹ ਪ੍ਰਾਣੀ ਕਰਮਾਂ ਦਾ ਚੰਗਾ ਹੈ, ਭਲਾ ਬਣ ਗਿਆ ਹੈ। ਜਮਦੂਤ ਕਹਿੰਦੇ ਹਨ ਸਾਰੀ ਉਮਰ ਇਹਨੇ ਕੋਈ ਚੰਗਾ ਕੰਮ ਨਹੀਂ ਕੀਤਾ, ਸਾਨੂੰ ਧਰਮਰਾਜ ਨੇ ਭੇਜਿਆ ਹੈ ਕਿ ਇਹਨੂੰ ਡੰਡ ਦਿੱਤੇ ਹੋਏ ਲੈ ਕੇ ਆਓ, ਇਹਨੂੰ ਘੜੀਸ ਦੇ ਲੈ ਕੇ ਆਓ, ਸੰਗਲਾਂ ਦੇ ਵਿੱਚ ਬੰਨ੍ਹ ਕੇ ਲੈ ਕੇ ਆਓ। ਦੇਵਤਾ ਜਨ ਸਮਝਾਉਂਦੇ ਹਨ ਠੀਕ ਹੈ, 10 ਮਿੰਟ ਪਹਿਲਾਂ ਤੱਕ ਇਹਦੀ ਹਾਲਤ ਇਹ ਹੋ ਸਕਦੀ ਹੈ, ਪਰ ਹੁਣ ਗੁਰੂ ਨਾਨਕ ਨੇ ਜਿਹੜੇ ਉਹ ਦੂਸਰੇ ਪਾਸੇ ਆਪਣੇ ਸਾਥੀ ਮਰਦਾਨੇ ਨਾਲ ਵਿਸ਼ਰਾਮ ਕਰ ਰਹੇ ਹਨ, ਤਾਂ ਉਹਨਾਂ ਨੇ ਇਹਦੇ ਸਿਵੇ ਵੱਲ ਉਂਗਲੀ ਕੀਤੀ ਸੀ, ਹੱਥ ਕੀਤਾ ਸੀ। ਇਸ ਕਰਕੇ ਇਹਦੇ ਪਾਪ ਹੈ ਜਿਹੜੇ ਜ਼ਿੰਦਗੀ ਦੇ ਕੱਟੇ ਗਏ। ਇਹਦੀਆਂ ਸਾਰੀਆਂ ਬੇੜੀਆਂ ਲਾਹ ਦਿਓ, ਇਹ ਅਕਾਲ ਪੁਰਖ ਦਾ ਹੁਕਮ ਹੈ ਕਿ ਅਸੀਂ ਇਹਨੂੰ ਸਤਿਕਾਰ ਦੇ ਨਾਲ ਆਪਣੇ ਬਵਾਨ ਦੇ ਵਿੱਚ ਲੈ ਕੇ ਜਾਣਾ ਹੈ। ਉਹਨਾਂ ਨੇ ਵਿਚਾਰਿਆ, ਧਰਮ ਰਾਏ ਦੇ ਨਾਲ ਸੰਪਰਕ ਕੀਤਾ ਤਾਂ ਧਰਮ ਰਾਏ ਨੇ ਸਿਰ ਨਵਾ ਕੇ ਕਿਹਾ ਕਿ ਠੀਕ ਹੈ, ਕਲਯੁਗ ਦੇ ਅਵਤਾਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਇਸ ਧਰਤੀ ਉੱਤੇ ਬਿਰਾਜਮਾਨ ਹਨ, ਉਹਨਾਂ ਦਾ ਇੱਕ ਹੱਥ ਇਹਨਾਂ ਵੱਲ ਹੋ ਗਿਆ ਹੈ, ਜੇ ਇੱਕ ਉਂਗਲੀ ਵੀ ਹੋ ਜਾਂਦੀ ਕਾਫੀ ਸੀ। ਇਹਦੇ ਬੰਧਨ ਕੱਟੇ ਗਏ ਹਨ, ਇਹਦੀਆਂ ਕੜੀਆਂ ਖੋਲ੍ਹ ਦਿਓ, ਇਹਨੂੰ ਆਜ਼ਾਦ ਕਰ ਦਿਓ। ਗੁਰੂ ਪਿਆਰਿਓ, ਜਿਹੜਾ ਨਿੰਦਕ ਹੈ ਮੁੜ ਮੁੜ ਕੇ ਆਉਂਦਾ, ਜਿਹੜਾ ਸ਼ਰਨ 'ਚ ਚਲੇ ਜਾਂਦਾ ਉਹਦੇ ਬੰਧਨ ਕੱਟੇ ਜਾਂਦੇ ਹਨ। ਸੱਚੇ ਪਾਤਸ਼ਾਹ
ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਨੇ ਕਿ ਉਹਨਾਂ ਨਿੰਦਕਾਂ ਦੀ ਉਮਰ ਥੋੜ੍ਹੀ ਹੋ ਜਾਂਦੀ ਹੈ, ਭਟਕਦੇ ਨੇ ਦੁੱਖਾਂ ਦੇ ਵਿੱਚ, ਜੰਮ ਦਾ ਦੁੱਖ, ਉਹਨਾਂ ਦਾ ਮੋਹ ਮਾਇਆ ਦਾ ਦੁੱਖ, ਸੁੱਖ ਕੱਟੇ ਜਾਂਦੇ ਹਨ, ਚਾਰੇ ਪਾਸੇ ਦੁੱਖ ਘੇਰ ਲੈਂਦੇ ਹਨ। ਬੇਸ਼ੱਕ ਉਹਨਾਂ ਨੇ ਇਸ ਜੀਵਨ ਦੇ ਵਿੱਚ ਵੀ ਨਰਕ ਹੰਢਾਇਆ। ਮਾਇਆ ਦਾ ਡੰਗ ਕਿਸੇ ਨਰਕ ਤੋਂ ਘੱਟ ਨਹੀਂ ਹੈ। ਜਿਹਨੂੰ ਉਹ ਪਿਆਰ ਸਮਝਦੇ ਸੀ, ਸੁੱਖ ਸਮਝਦੇ ਸੀ, ਉਹ ਵੀ ਕਿਸੇ ਦੁੱਖ ਨਾਲੋਂ ਘੱਟ ਨਹੀਂ ਸੀ। ਸੱਚੇ ਪਾਤਸ਼ਾਹ ਨੇ ਸਮਝਾਇਆ ਸਾਨੂੰ ਕਿ ਇਹ ਜੀਵਨ, ਮਾਇਆ ਦਾ ਜੀਵਨ, ਅਸਲ ਵਿੱਚ ਨਰਕ ਹੀ ਹੈ। ਇਹਦੇ ਵਿੱਚ ਬੰਦੇ ਦੀ ਮੱਤ, ਸਿਆਣਪ ਮੁੱਕ ਜਾਂਦੀ ਹੈ। ਆਪਣੀ ਅਕਲ ਦੇ ਨਾਲ, ਆਪਣੀ ਮਨ ਮੁਖਤਾ ਦੇ ਨਾਲ ਆਪਣੀ ਸੋਭਾ ਨੂੰ ਵਿਨਾਸ਼ ਕਰ ਦਿੰਦਾ ਹੈ। ਜਿਹੜੀ ਲੋਕ ਉਹਦੀ ਸੋਭਾ ਕਰਦੇ ਹਨ, ਉਹ ਧਨ ਦੌਲਤ ਕਰਕੇ ਹੀ ਕਰਦੇ ਹਨ। ਪ੍ਰਭੂ ਦੇ ਦਰਬਾਰ ਦੇ ਵਿੱਚ ਉਹਨਾਂ ਨੂੰ ਕੋਈ ਬਚਾਉਣ ਵਾਲਾ ਨਹੀਂ ਹੈ। ਜਿਹੜੇ ਮਹਿਲਾਂ ਦੇ ਵਿੱਚ ਉਹ ਰਹਿੰਦੇ ਹਨ, ਉਹ ਕਬਰਸਤਾਨ ਵਰਗੇ ਬਣ ਜਾਂਦੇ ਹਨ, ਕਿਉਂਕਿ ਉੱਥੇ ਪ੍ਰਭੂ ਦਾ ਨਾਮ ਨਹੀਂ ਲਿਆ ਜਾਂਦਾ, ਮਾਇਆ ਦਾ ਨਾਮ ਲਿਆ ਜਾਂਦਾ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ ਪੰਜਵੇਂ ਜਾਮੇ ਦੇ ਵਿੱਚ ਕਿ ਜੇ ਇੰਨੀ ਅਕਲ ਆ ਜਾਵੇ ਪ੍ਰਾਣੀ ਨੂੰ, ਉਹਨੂੰ ਦਿਸਣ ਲੱਗ ਜਾਵੇ ਸ਼ਾਖ ਸ਼ਾਖ ਪ੍ਰਭੂ ਆਪਣੇ ਦਾਸਾਂ ਦੇ ਵਿੱਚ, ਸਾਧੂਆਂ ਦੇ ਵਿੱਚ, ਸੰਤਾਂ ਦੇ ਵਿੱਚ, ਮਹਾਂਪੁਰਸ਼ਾਂ ਦੇ ਵਿੱਚ, ਤੇ ਨਿੰਦਕ ਝੁੱਕ ਕੇ ਉਹਦੇ ਚਰਨ ਚੁੰਮ ਲਵੇ, ਉਹਦੇ ਅੱਗੇ ਡਿੱਗ ਜਾਵੇ, ਸ਼ਰਨੀ ਪੈ ਜਾਵੇ, ਤਾਂ ਉਹਦੇ ਸਾਰੇ ਮਾਫ ਹੋ ਜਾਂਦੇ ਹਨ। ਜਿੰਨੇ ਜ਼ਿੰਦਗੀ ਦੇ ਵਿੱਚ ਉਹਨੇ ਭੈੜੇ ਕੰਮ ਕੀਤੇ ਹਨ, ਸਾਰੇ ਬਖਸ਼ੇ ਜਾਂਦੇ ਹਨ। ਗੁਰੂ ਆਪਣੀ ਹਿੱਕ ਦੇ ਨਾਲ ਲਾ ਲੈਂਦਾ ਹੈ ਅਤੇ ਉਹ ਤਰ ਜਾਂਦੇ ਹਨ ਭਗਤਾਂ ਸੰਤਾਂ ਦੀ ਮਿਲਾਪ ਦੇ ਨਾਲ, ਉਹਨਾਂ ਦੀ ਸੰਗਤ ਦੇ ਨਾਲ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।